ਅਧਿਕਾਰੀ ਜਗਿਆਸੂ ਅਰ ਸਿੱਖ ਕਹਾਵੈ ਸੋਏ, ਤਪ ਸਾ ਬਨ ਕਰ ਦੇਹ ਕੇ ਪਾਤਕ ਡਾਰੈ ਧੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਧਿਆਤਮ ਪ੍ਰਕਾਸ਼ ਗ੍ਰੰਥ ਦਾ ਹੁਣ ਪ੍ਰਕਰਨ ਸ਼ੁਰੂ ਹੋ ਰਿਹਾ ਹੈ। ਕੋਈ ਵੀ ਵਿਧਾਨ ਦਾ ਗ੍ਰੰਥ ਸ਼ੁਰੂ ਹੁੰਦਾ ਹੈ, ਉਹਦੇ 'ਚ ਪਹਿਲਾਂ ਅਨੁਬੰਧ ਦੱਸਦੇ ਨੇ। ਜਿੰਨਾ ਚਿਰ ਅਨੁਬੰਧ ਦਾ ਪਤਾ ਨਾ ਹੋਵੇ ਉਹਨਾਂ ਚਿਰ ਗ੍ਰੰਥ ਵਿੱਚ ਸਿਆਣੇ ਬੰਦੇ ਦੀ ਪ੍ਰਵਿਰਤੀ ਨਹੀਂ ਹੁੰਦੀ। ਸੋ ਅਨੁਬੰਧ 4 ਹੁੰਦੇ ਨੇ। ਇੱਕ ਤਾਂ ਹੁੰਦਾ ਅਧਿਕਾਰੀ, ਇੱਕ ਹੁੰਦਾ ਵਿਸ਼ਾ, ਇੱਕ ਹੁੰਦਾ ਪ੍ਰਯੋਜਨ, ਇੱਕ ਉਹਨਾਂ ਦਾ ਸੰਬੰਧ। ਸੋ ਅਧਿਕਾਰੀ ਕੌਣ ਹੈ ਇਸ ਗ੍ਰੰਥ ਦਾ? ਅਧਿਕਾਰੀ ਹੈ ਮੁਮੁਕਸ਼ੂ, ਜਿਹਨੂੰ ਮੁਕਤੀ ਦੀ ਇੱਛਾ ਹੈ। ਤਾਂ ਉਹਦੇ ਬਾਰੇ ਦੱਸਦੇ ਨੇ ਵੀ ਅਧਿਕਾਰੀ ਜਗਿਆਸੂ ਔਰ ਸਿੱਖ ਉਹੀ ਕਹਾ ਸਕਦਾ, ਤਪਸਾ ਬਨ ਕਰ ਦੇ ਕੇ ਪਾਤਕ ਡਾਰੈ ਧੋਏ। ਤਪਸਾ ਰੂਪੀ ਬਨ ਮੈਨੇ ਪਾਣੀ, ਤਪੱਸਿਆ ਦੇ ਜਲ ਨਾਲ ਆਪਣੀ ਦੇਹ ਦੇ ਪਾਪਾਂ ਨੂੰ ਧੋ ਸੁੱਟੇ। ਜਿੰਨਾ ਚਿਰ ਤਪ ਨਹੀਂ ਕਰਦਾ, ਦੇਹ ਦੇ ਪਾਪ ਨਹੀਂ ਘਟਦੇ, ਉਹਨਾਂ ਚਿਰ ਜਗਿਆਸੂ ਅਧਿਕਾਰੀ ਸਿੱਖ ਨਹੀਂ ਬਣ ਸਕਦਾ। ਦੂਜਾ ਤਪ ਸਾਬਣ ਕਰ ਦੇ ਕੇ। ਸਾਬਣ ਦਾ ਅਰਥ ਵੀ ਪਾਣੀ ਸਮੇਤ ਵੀ ਹੁੰਦਾ, ਅਤੇ ਜਿਹੜੀ ਮੈਲ ਖੋੜਨ ਵਾਸਤੇ ਸਾਬਣ ਹੁੰਦੀ ਉਹ ਵੀ ਹੁੰਦਾ। ਜੋ ਮਿਹਨਤ ਤਪੱਸਿਆ ਦੀ ਮਹਿਮਾ ਦੱਸ ਰਿਹਾ ਵੀ ਜਿਹੜਾ ਅਧਿਕਾਰੀ ਆ ਉਹ ਪਹਿਲਾਂ ਤਪੱਸਵੀ ਰਹਿ ਚੁੱਕਿਆ ਹੋਵੇ, ਤਾਂ ਹੀ ਉਹ ਇਸ ਗਿਆਨ ਦਾ ਅਧਿਕਾਰੀ ਹੁੰਦਾ। ਟੀਕਾ ਪੜ੍ਹਨਾ। ਅਧਿਕਾਰੀ ਜਗਿਆसु और सिख्या सो कहावै है, जो तप रूप साबुन से वा तपसा रूप बन कहिए जल से, देह कहिए अंतिश करण के पातक कहिए पाप धोए डारे है। देह इत्थे शरीर दे पाप नहीं, अंतःकरण दे, क्योंकि शरीर तो कोई पाप पुण्य करता ही नहीं, वो जड़ है। मन ही सारे पौड़े करता, ना ब्रह्म कोई करता ना देह करती है। विचकार ਜਿਹੜਾ ਮਨ ਖੜਾ ਉਹੀ ਸਾਰੇ ਪੰਗੇ ਕਰਦਾ। ਇਸ ਕਰਕੇ ਉਹਨੂੰ ਉਹਦੇ ਪਾਪਾਂ ਨੂੰ ਧੋਣ ਵਾਸਤੇ ਇਹ ਬਚਨ ਲਿਖਿਆ। ਛਪੈ ਵੇਦ ਸਿਮਰਤ ਜੇ ਕਹੇ, ਧਰਮ ਆਸ਼ਰਮ ਸੋ ਵਰਨ ਕੇ। ਛਪੇ ਚੰਦ ਲਿਖਿਆ ਵੀ ਵੇਦ ਸਿਮਰਤੀਆਂ ਨੇ ਜਿਹੜੇ ਕਹੇ ਨੇ, ਧਰਮ ਆਸ਼ਰਮਾਂ ਦੇ ਤੇ ਵਰਨ ਦੇ। 4 ਆਸ਼ਰਮ ਨੇ, 4 ਹੀ ਵਰਨ ਨੇ। ਉਹਨਾਂ ਦੇ ਜਿਹੜੇ ਜਿਹੜੇ ਵੱਖਰੇ ਵੱਖਰੇ ਨਿਯਮ ਵੇਦਾਂ 'ਚ ਜਾਂ ਸਿਮਰਤੀਆਂ 'ਚ ਕਹੇ ਗਏ ਨੇ। ਤਿਨ ਕਰ ਧੋਵੈ ਪਾਪ ਜਨਮ ਜਨਮਾਂਤਰ ਤਨ ਕੇ। ਉਹਨਾਂ ਕਰਮਾਂ ਨੂੰ ਕਰਕੇ, ਜਿਹੜੇ ਧਰਮ ਦੱਸੇ ਨੇ ਉਹ ਕਰਕੇ, ਜਨਮਾਂ ਔਰ ਜਨਮਾਂਤਰਾਂ ਦੇ, ਇਸ ਜਨਮ ਦੇ ਔਰ ਦੂਸਰੇ ਜਨਮਾਂ ਦੇ ਪਾਪ ਜਿਹੜੇ ਨੇ ਉਹ ਧੋ ਲਵੇ। ਫਲ ਅਭਿਲਾਖਾ ਛਾੜ ਕਰਮ ਹਰ ਪ੍ਰੀਤੀ ਕਰੈ ਸਭ। ਫਲ ਅਭਿਲਾਖਾ ਛਾੜ, ਫਲ ਦੀ ਇੱਛਾ ਛੱਡ ਕੇ ਕਰਮ ਹਰ ਪ੍ਰੀਤ ਕਰੈ ਸਭ। ਸਾਰੇ ਕਰਮ ਹਰੀ ਦੀ ਪ੍ਰੀਤੀ ਵਾਸਤੇ ਕਰੇ। ਹਿਰਦਾ ਵਿਮਲ ਜਬ ਹੋਏ ਵੈਰਾਗਯ ਜੋਗਯ ਤਬ। ਜਦੋਂ ਹਿਰਦਾ ਨਿਰਮਲ ਹੋਏਗਾ ਉਦੋਂ ਹੀ ਵੈਰਾਗ ਦੇ ਯੋਗ ਹੋਏਗਾ। ਜਿੰਨਾ ਚਿਰ ਹਿਰਦਾ ਨਿਰਮਲ ਨਹੀਂ ਹੁੰਦਾ ਉਹਨਾਂ ਚਿਰ ਵੈਰਾਗ ਨਹੀਂ ਹੁੰਦਾ। ਵੈਰਾਗ ਨਹੀਂ ਹੁੰਦਾ ਤੇ ਉਹ ਬੰਦਾ ਗਿਆਨ ਦਾ ਅਧਿਕਾਰੀ ਨਹੀਂ ਹੁੰਦਾ। ਸ਼ਰੁਤ ਯੁਗਤ ਸਹਿਤ ਉਪਦੇਸ਼ ਗੁਰ ਕਰੈ, ਸਿੱਖ ਮੌਨ ਮੋਹ ਧਰੈ। ਸਿੱਖ ਮਨ ਮੋਹ ਧਰੈ। ਸ਼ਰੁਤੀ ਯੁਗਤ ਵੇਦਾਂ ਦੇ ਸਹਿਤ ਉਪਦੇਸ਼ ਗੁਰੂ ਕਰਨ, ਜੁਗਤੀਆਂ ਦੇ ਨਾਲ ਸਿੱਖ ਉਹਨਾਂ ਨੂੰ ਮਨ 'ਚ ਧਾਰਨ ਕਰੇ। ਵਿਗਿਆਨ ਸਹਿਤ ਸੁਖਦੇਵ ਕਵ, ਸ਼ੁੱਧ ਗਿਆਨ ਮਾਰਗ ਚਰੈ। ਫਿਰ ਜਿਹੜਾ ਵਿਸ਼ੇਸ਼ ਗਿਆਨ ਹੈ, ਆਤਮ ਗਿਆਨ ਹੈ, ਉਹਦੇ ਸਹਿ ਸੁਖਦੇਵ ਕਵੀ ਜੀ ਕਹਿੰਦੇ शुद्ध ज्ञान के मार्ग पे चलता है। ठीक है। आश्रम और वर्ण के जो धर्म वेद और स्मृतियों ने कहे हैं, 3 धर्मों का जन्म कहिए इस प्राप्त जन्म के, और जन्मांतर कहिए पूर्व जन्मों के, तन के कहिए अंतःकरण के जो पाप हैं सो धोवे कहिए दूर करे। फल की कामना को छोड़ के सब कर्म ईश्वर अर्पण प्रीति पूर्वक करे। पुनः जब निर्मल हृदय होए तो वैराग्य के लायक होवे। श्रुति कहिए वेद का, जगत कहिए दृष्टांत सहित गुरु जब उपदेश करें, जुगति सहित उपदेश करें, तब तेस उपदेश को सिख मन में धारण करे।
सुदेव कवि कहे हैं कि पुनः विज्ञान कहिए अपरोख बोध संपन्न सिख शुद्ध जो ज्ञान वही मार्ग है तिसमें विचरे हैं। अपरोक्ष ਗਿਆਨ ਜਿਹੜਾ ਹੁੰਦਾ ਉਹ ਪ੍ਰਾਪਤ ਹੋ ਜਾਂਦਾ ਫਿਰ, ਕਿਉਂਕਿ ਬ੍ਰਹਮ ਗਿਆਨ ਵੀ ਜਿਹੜਾ ਹੈ ਪਰੋਕਸ਼ ਔਰ ਅਪਰੋਕਸ਼ ਦੋ ਤਰ੍ਹਾਂ ਦਾ ਹੈ। ਜੋ ਅਪਰੋਕਸ਼ ਹੈ ਉਹ ਵੀ ਦੋ ਤਰ੍ਹਾਂ ਦਾ, ਦ੍ਰਿੜ ਔਰ ਅਦ੍ਰਿੜ। ਠੀਕ ਹੈ, ਅੱਗੇ ਚੱਲ ਕੇ ਦੱਸਾਂਗੇ। ਕੁੰਡਲੀਆ ਛੰਦ ਜੈਸੇ ਵਰਖਾ ਪਾਏ ਕਰ ਜੋਤਤ ਖੇਤ ਕਿਸਾਨ। ਜਿਵੇਂ ਵਰਖਾ ਹੁੰਦੀ ਹੈ ਤੇ ਉਹਨੂੰ ਪਾ ਕੇ ਕਿਸਾਨ ਖੇਤੀ ਕਰਨ ਲੱਗ ਜਾਂਦਾ, ਉਹਨੂੰ ਪਤਾ ਲੱਗ ਗਿਆ ਵੀ ਮੀਂਹ ਪੈ ਗਿਆ, ਹੁਣ ਹਲ ਵਾਵਾਂਗੇ, ਕੋਈ ਫਸਲ ਪੈਦਾ ਹੋਵੇਗੀ। ਕਿਉਂ ਪ੍ਰਾਰਬਧ ਪਾਏ ਕੇ ਪ੍ਰਾਰਬਧ ਕਹਿੰਦੇ ਨੇ। ਪ੍ਰਾਰਬਧ ਜੋ ਅਸੀਂ ਜਿਹੜਾ ਇਹ ਜਨਮ ਸਾਨੂੰ ਮਿਲਿਆ, ਜਿਹੜੇ ਕਰਮ ਕਰਕੇ ਮਿਲਿਆ, ਉਹ ਪ੍ਰਾਰਬਧ ਹੁੰਦੀ ਹੈ। ਉਹ ਇਸ ਜਨਮ 'ਚ ਭੋਗਣੇ, ਚੰਗੇ ਮਾੜੇ ਜੋ ਵੀ ਨੇ। ਉਹ ਪ੍ਰਾਰਬਧ ਪਾ ਕੇ ਦੇਹ ਸੋ ਕਰਮਨ ਜਾਣ। ਇਹ ਦੇਹ ਜਿਹੜੀ ਹੈ ਕਰਮਾਂ ਨੂੰ ਕਰਨ ਵਾਲੀ ਹੁੰਦੀ ਹੈ, ਕਰਮ ਕਰਦੀ ਹੈ ਦੇਹ। ਠੀਕ ਹੈ, ਦੇਹ ਸੁਕਰਮਨ ਜਾਨ ਖੈਂਚ ਇੰਦਰੀ ਮਨ ਸੁਧ ਹੈ। ਸੋ ਇਹ ਦੇਹ ਨੂੰ ਆਪਣੇ ਕਰਮ ਅਨੁਸਾਰ ਮਿਲੀ ਜਾਣ ਕੇ ਇੰਦਰੀਆਂ ਨੂੰ ਖੈਂਚ ਕੇ ਇਕਾਗਰ ਕਰੇ। ਜਿਵੇਂ ਕਛੂਆ ਨਹੀਂ ਆਪਣੀਆਂ ਇੰਦਰੀਆਂ ਨੂੰ ਅੰਦਰ ਵਾੜ ਲੈਂਦਾ, ਇੱਦਾਂ ਆਪਣੇ ਮਨ ਨੂੰ ਸਾਰਿਆਂ ਨੂੰ ਸੋਧ ਲਵੇ। ਬੋਏ ਬੀਜ ਉਪਦੇਸ਼ ਵੇਦ ਵਰਣਨ ਗੁਰ ਬੁੱਧ ਹੈ। ਵਿੱਚ ਗੁਰੂ ਦੇ ਉਪਦੇਸ਼ ਦਾ ਬੀਜ ਬੀਜੇ, ਬਚਨਨ ਗੁਰ ਬੁੱਧ ਹੈ। ਵੇਦ ਬੋਏ ਬੀਜ ਉਪਦੇਸ਼ ਵੇਦ ਬਚਨਨ ਗੁਰ ਬੁੱਧ ਹੈ। ਗੁਰੂ ਦੇ ਤੇ ਵੇਦ ਦੇ ਬਚਨਾਂ ਦੁਆਰਾ ਮਨ ਨੂੰ ਉਪਦੇਸ਼ ਦੇਵੇ, ਇਹਦਾ ਬੀਜ ਬੀਜੇ ਅੰਦਰ। ਤਬ ਉਪਜੇ ਵਿਗਿਆਨ ਰੀਤ ਖੇਤੀ ਕਰ ਤੈਸੇ। ਤਾਂ ਫਿਰ ਬ੍ਰਹਮ ਗਿਆਨ ਜੋ ਵਿਸ਼ੇਸ਼ ਗਿਆਨ ਪੈਦਾ ਹੁੰਦਾ ਹੈ। ਖੇਤੀ ਕਰ, ਜਿਵੇਂ ਖੇਤੀ ਕਰਦੇ ਨਾ, ਮਤਲਬ ਕਿਸਾਨ ਮੀਂਹ ਪੈਣ ਵੇਲੇ ਇੱਦਾਂ ਇਹ ਸਮਝ ਲੈ ਵੀ ਮਨੁੱਖਾ ਜਨਮ ਇਹ ਮਤਲਬ ਮੀਂਹ ਪੈ ਰਿਹਾ, ਮੌਕਾ ਮਿਲਿਆ। ਮਹਾਰਾਜ ਕਹਿੰਦੇ ਨਾ, ਵੱਤ ਲੱਗੀ ਸੱਚੇ ਨਾਮ ਕੀ ਜੋ ਬੀਜੇ ਖਾਵੇ ਸੋਏ। ਹੁਣ ਵੱਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ। ਜਦੋਂ ਮੀਂਹ ਪੈ ਕੇ ਹਟਦਾ, ਖੇਤੀ 'ਚ ਵੱਤ ਲੱਗਦਾ, ਵੱਤਰ ਨੂੰ ਵੇਖ ਕੇ ਫਿਰ ਜ਼ਿਮੀਂਦਾਰ ਬੀਜ ਪਾਉਂਦਾ। ਹੁਣ ਨਾਮ ਜਪਣ ਦੀ, ਬ੍ਰਹਮ ਗਿਆਨ ਦੀ ਖੇਤੀ ਕਰਨ ਦਾ ਸਮਾਂ ਹੈ। ਇਸ ਕਰਕੇ ਇਹਦੇ ਅਨੁਸਾਰ ਇਹ ਖੇਤੀ ਕਰਨੀ ਚਾਹੀਏ। ਅਨੁਭਵ ਸੁਖ ਤਬ ਲਹੈ ਕਹੈ ਸੁਖ ਮਾਰਗ ਜੈਸੇ। ਸੁਖਦੇਵ ਜੀ ਮਹਾਰਾਜ ਇਹ ਮਾਰਗ ਕਹਿੰਦੇ ਨੇ। ਕਹਿੰਦੇ ਫਿਰ ਜਦੋਂ ਇਸ ਤਰ੍ਹਾਂ ਦਾ ਖੇਤੀ ਕਰਦਾ, ਇਸ ਤਰ੍ਹਾਂ ਦੀ, ਤਾਂ ਅਨੁਭਵ ਸੁਖ ਤਬ ਲਹੈ। ਉਦੋਂ ਫਿਰ ਅਨੁਭਵ, ਆਤਮ ਅਨੁਭਵ ਹੁੰਦਾ, ਅਨੁਭੂਤੀ ਹੁੰਦੀ ਹੈ, ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਫਿਰ ਉਹ ਬ੍ਰਹਮ ਰੂਪ ਹੋ ਜਾਂਦਾ, ਮੁਕਤ ਹੋ ਜਾਂਦਾ। ਟੀਕਾ किसान जैसे वर्षा को पाए के खेत में हल जोतता है, क्यों कहिए तैसे ही प्रारब्ध को पाए के देह की उत्पत्ति कर्मों से जाने। खैंच कहिए इंद्रियन को रोक कर मन को शुद्ध करे। पुनः जो उपदेश गुरु वेद के वचनों का बोध है कहिए करे, वह बीज बोवे। तभी विज्ञान कहिए स्वरूप का साक्षात्कार उपजे है ब्रह्म ज्ञान। हाँ जी, जैसे खेती की रीत अर्थात जैसे खेती उपजे है, तब अनुभव रूप फल को लेवै है। कह है सुखदेव कव ने मार्ग जैसे। खेती उपजनी मतलब अनुभव उपजना, अनुभव पैदा। गुरु लक्षण कबित इंद्रियन को खेच योगान जीत की नो हाथ मन। गुरु ਕਿਹੋ ਜਿਹਾ ਹੋਣਾ ਚਾਹੀਦਾ? ਜਿਹੜਾ ਉਪਦੇਸ਼ ਦੇਣ ਵਾਲਾ ਗੁਰੂ ਹੈ, ਉਹਦੇ ਲੱਛਣ ਇਸ ਕਵਿਤ ਦੱਸੇ ਹਨ। ਇੰਦਰੀ ਕੋ ਖੈਂਚੋਗਾਨ, ਜਿਹਨੇ ਆਪਣੀ ਇੰਦਰੀਆਂ ਨੂੰ, ਸਾਰੇ ਪੰਜੇ ਗਿਆਨ ਇੰਦਰੀਆਂ ਨੂੰ, ਕਰਮ ਇੰਦਰੀਆਂ ਨੂੰ ਖਿੱਚ ਕੇ ਕਾਬੂ ਕੀਤਾ ਹੋਇਆ। ਜੀਤ ਕੀਨੋ ਹਾਥ ਮਨ, ਮਨ ਨੂੰ ਵੀ ਜਿੱਤ ਕੇ ਆਪਣੇ ਕੰਟਰੋਲ 'ਚ ਕੀਤਾ ਹੈ। ਪਰਉਪਕਾਰ ਹੀ ਲੋਕਨ ਭਾਈਅਤ ਹੈ। ਸਿਰਫ ਪਰਉਪਕਾਰ ਵਾਸਤੇ ਸਰੀਰ ਚੰਗਾ ਲੱਗਦਾ ਉਹਨਾਂ ਨੂੰ। ਉਹ ਕਾਹਦੇ ਲਈ ਦੁਨੀਆ 'ਤੇ ਰਹਿ ਰਹੇ ਨੇ? ਭਲਾ ਕਰਨ ਲਈ ਦੂਜਿਆਂ ਦਾ। ਹੋਰ ਉਹਨਾਂ ਦਾ ਪ੍ਰਯੋਜਨ ਕੋਈ ਨਹੀਂ ਸਰੀਰ ਰੱਖਣ ਦਾ। ਉਹ ਦੁਨੀਆ 'ਤੇ ਇਸ ਕਰਕੇ ਆਉਂਦੇ ਜਨ ਪਰਉਪਕਾਰੀ ਆਏ। ਪਰਉਪਕਾਰ ਵਾਸਤੇ ਹੀ ਤਨ ਭਾਈ ਦਾ ਨੂੰ ਚੰਗਾ ਲੱਗਦਾ। ਵੇਦਨ ਬਖਾਨ ਬੇਕੋ ਸਾਰਿਆ ਅਸਾਰ ਜਾਣ ਬੇਕੋ। ਵੇਦਨ ਬਖਾਨ ਬੇਕੋ ਸਾਰ ਅਸਾਰ ਜਾਣ ਬੇਕੋ। ਵੇਦਾਂ ਦਾ ਵਿਖਿਆਨ ਕਰਨ ਲਈ, ਕਥਾ ਕਰਨ ਲਈ ਸਾਰ ਤੇ ਅਸਾਰ। ਸਾਰ ਹੁੰਦਾ ਵੀ ਸਹੀ ਤੱਤ ਕੀ ਹੈ, ਅਸਾਰ ਹੁੰਦਾ ਫੋਕਟ ਕੀ ਹੈ। ਜਿਵੇਂ ਦੁੱਧ ਵਿੱਚੋਂ ਸਾਰ ਮੱਖਣ ਕੱਢ ਦੋ, ਪਿੱਛੇ ਲੱਸੀ ਰਹਿ ਜਾਂਦੀ ਹੈ। ਇਹਦਾ ਸਾਰ ਬ੍ਰਹਮ ਹੈ,
ਅਸਾਰ ਮਾਇਆ ਰੂਪੀ ਪ੍ਰਪੰਚ ਵਿਗਿਆਨ ਦਾ ਜਿਹੜਾ ਅਗਿਆਨ ਦਾ ਪਸਾਰਾ, ਅਗਿਆਨ ਤੇ ਬ੍ਰਹਮ ਦਾ ਜਿਹੜਾ ਭੇਦ ਪਿਆ ਹੈ, ਜੜ ਚੇਤਨ ਦਾ ਜੋ ਭੇਦ ਹੈ, ਉਹਨੂੰ ਜਾਣ ਲੈਂਦੇ। ਭੇਦ ਗ੍ਰੰਥ ਭਾਨਵੇ ਕੋ ਰੂਪ ਗਾਇਤ ਹੈ। ਜਿਹੜਾ ਜੀਵ ਦਾ, ਈਸ਼ ਦਾ, ਈਸ਼ ਦਾ ਜੀਵ ਦਾ, ਜੜ ਦਾ ਜੀਵ ਦਾ, ਜੜ ਔਰ ਈਸ਼ ਦਾ, ਹਾਂਜੀ, ਇਹ 5 ਪ੍ਰਕਾਰ ਦੇ ਭੇਦ ਦੀਆਂ ਗੰਢਾਂ ਵੱਜੀਆਂ ਨੇ। ਗ੍ਰੰਥ ਮੈਨੇ ਗੰਢਾਂ, ਜਿਹੜੀ ਭੇਦ ਦੀ ਗੰਢ ਪਈ ਆ ਉਹਨੂੰ ਭਾਨਵੇ ਕੋ ਭੰਨਣ ਵਾਸਤੇ, ਉਹਨੂੰ ਤੋੜਨ ਵਾਸਤੇ ਗੰਢ ਨੂੰ ਉਹ ਰੂਪ ਗਾਇਤ ਹੈ। ਉਹਨਾਂ ਦਾ ਰੂਪ ਇਸ ਕਰਕੇ ਦੁਨੀਆ 'ਤੇ ਆਇਆ। ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਜਾਂ ਜਿਹੜੇ ਮਹਾਂਪੁਰਸ਼ ਆਉਂਦੇ ਨੇ ਗੁਰੂ ਬਣ ਕੇ, ਉਹ ਇਸ ਤਰ੍ਹਾਂ ਹੀ ਆਉਂਦੇ ਵੀ ਭੇਦ ਦੀ ਗੰਢ ਭੰਨਣ ਵਾਸਤੇ ਉਹਨਾਂ ਦਾ ਸਰੂਪ ਗਾਇਆ ਜਾਂਦਾ, ਕਿਹਾ ਜਾਂਦਾ। ਏਕ ਰੂਪ ਪਹਿਚਾਨਿਓ ਸਭ ਹੀ ਮੈਂ ਸੋਈ ਜਾਣਿਓ। ਏਕ ਰੂਪ ਪਹਿਚਾਨ ਲਿਆ, ਸਾਰਿਆਂ ਵਿੱਚ ਉਹੀ ਜਾਣ ਲਿਆ ਵੀ ਕੋਈ ਹੈ। ਆਪ ਤੇ ਨ ਜੁਦੋ ਮਾਨਿਓ ਯੋਂ ਬਾਤੀਅਤ ਹੈ। ਇਉਂ ਬਤਾਈਅਤ ਹੈ। ਆਪ ਤੇਰਾ ਜਦੋਂ ਮਾਨਿਓ, ਆਪਣੇ ਤੋਂ ਵੱਖਰਾ ਨਹੀਂ ਕੋਈ, ਵਿਆਪਕ ਹੈ। ਜੋ ਮੇਰੇ ਵਿੱਚ ਆਤਮਾ ਹੈ ਉਹੀ ਕੀੜੀ 'ਚ ਹੈ, ਉਹੀ ਹਾਥੀ 'ਚ ਹੈ। ਸਭ ਵਿੱਚ, ਸਭ ਸਾਰੇ ਸੰਸਾਰ ਦੇ ਉਹ ਜੋਤ ਨੂੰ ਜਾਣ ਲੈਂਦੇ ਆ। ਮੇਰੇ ਤੋਂ ਵੱਖਰਾ ਕੋਈ ਵੀ ਨਹੀਂ। ਸੱਪ ਵੀ ਮੇਰਾ ਹੀ ਰੂਪ ਹੈ। ਇੱਦਾਂ ਦੀ ਦ੍ਰਿਸ਼ਟੀ ਜਿਵੇਂ ਬਾਬਾ ਮਿੱਤ ਸਿੰਘ ਜੀ ਬ੍ਰਹਮ ਗਿਆਨੀ ਨਿਹੰਗ ਸਿੰਘ ਸਾਹਿਬ ਜੀ ਦੀ ਬਣੀ ਹੋਈ ਸੀ ਨਾ, ਉਹ ਸੱਪ ਤੋਂ ਵੀ ਨਹੀਂ ਸੀ ਉਹਨਾਂ ਨੂੰ ਕੋਈ ਡਰ ਲੱਗਦਾ, ਕੋਲ ਹੀ ਫਿਰ ਜਾਂਦਾ। ਅਜੇ ਵੀ ਕਈ ਹੈਗੇ ਮਹਾਂਪੁਰਸ਼ ਨਾ, ਕਿਉਂ ਬਤਾਈਏ ਤਾਂ ਇੱਦਾਂ ਬਤਾਇਆ ਜਾਂਦਾ। ਬ੍ਰਹਮ ਰੂਪ ਹੀ ਦਿਸਦਾ ਸਾਰਾ। ਈਸ਼ਵਰ ਲੋ ਧਿਆਵੈ ਜੀ ਮੈਂ ਭਗਤ ਦ੍ਰਿੜਾਵੈ। ਈਸ਼ਵਰ ਨੂੰ ਧਿਆਵੇ ਮਨ ਵਿੱਚ, ਭਗਤੀ ਦ੍ਰਿੜ ਕਰਾਵੇ। ਜਬ ਐਸੋ ਗੁਰ ਪਾਵੈ ਤੈਸੋ ਗਿਆਨ ਪਾਈਅਤ ਹੈ। ਜਬ ਐਸੋ ਗੁਰ ਪਾਵੈ ਤਾਂ ਸੋ ਗਿਆਨ ਪਾਈਅਤ। ਜਦੋਂ ਇਹੋ ਜਿਹੇ ਗੁਰੂ ਮਿਲਦੇ ਨੇ ਤਾਂ ਸੋ ਉਹਨਾਂ ਦੇ ਕੋਲੋਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ। टीका गुरु का लक्षण करते हैं कि सर्व इंद्रियों गण को जीत के और खींच कहिए रोक कर मन भी अपने हाथ अर्थात अख्तियार कीता हो, पुनः शरीर पर्यंत जिनों को परोपकार पावता है। वेदन बखानवे को कहिए वेदों को बकता है और सत्य के जानने को कहिए होवे भेद की ग्रंथ आत्मा परमात्मा का। इसके भानवे को कहिया दूर करने को ही जिनों का रूप गाइदा है। एक रूप ही परमात्मा को जिन जाना है, सबों के बीच भी वही जाना है। आपसे भी परमात्मा भिन्न नहीं माना हो, सो परमात्मा का स्वरूप औरों को बताते हों। ईश्वर पर्यंत चिंतन करने वाले हों, अन्य पुरखों को जो जी मैं भी भक्ति दृढ़ाने वाले हों। जैसे ऐसे गुरु प्राप्त होवें तब